ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਸਭ ਤੋਂ ਪਹਿਲਾਂ 26 ਦਸੰਬਰ ਦਿਨ ਮੰਗਲਵਾਰ 26 ਦਸੰਬਰ ਦਿਨ ਮੰਗਲਵਾਰ ਨੂੰ ਜੀ ਮੈਂ ਬੈਠ ਰਿਹਾ ਮੋਗਾ ਆਫਿਸ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 2 ਵਜੇ ਤੱਕ। ਲਾਸਟ ਮੰਗਲਵਾਰ ਜਿਹੜਾ ਲੰਘ ਕੇ ਗਿਆ ਜਗਰਾਉਂ ਆਫਿਸ ਸੀਗੇ ਜੀ, ਬੜਾ ਹੀ ਵਧੀਆ ਰਿਸਪੌਂਸ ਮਿਲਿਆ ਲੋਕਾਂ ਦਾ। ਸਾਰੇ ਜੋ ਵੀ ਸਟੂਡੈਂਟਸ ਦੀਆਂ ਉਹਨਾਂ ਦੇ ਪੇਰੈਂਟਸ ਦੀਆਂ ਵਿਜ਼ਿਟਰ ਵੀਜ਼ਾ ਸੰਬੰਧਿਤ, ਸੁਪਰ ਵੀਜ਼ਾ ਸੰਬੰਧਿਤ ਜਾਂ ਕਿਸੇ ਹੋਰ ਕੰਟਰੀ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਸਟੂਡੈਂਟ ਵੀਜ਼ਾ ਸੰਬੰਧਿਤ ਜੋ ਵੀ ਕੁਐਰੀ ਸੀ ਸਾਰੀਆਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਜੋ ਮੈਂ ਦੱਸਣ ਜਾ ਰਿਹਾ ਉਹ ਇਹ ਹੈ ਕਿ ਆਉਂਦੇ ਮੰਗਲਵਾਰ 26 ਤਰੀਕ ਨੂੰ ਮੈਂ ਬੈਠੂੰਗਾ ਜੀ ਮੋਗਾ ਆਫਿਸ, ਬਿਲਕੁਲ ਬੱਸ ਸਟੈਂਡ ਦੇ ਬਿਲਕੁਲ ਨਾਲ, ਸ਼ਹੀਦ ਭਗਤ ਸਿੰਘ ਮਾਰਕੀਟ ਦੇ ਬਿਲਕੁਲ ਆਪੋਜ਼ਿਟ ਆਪਣਾ ਆਫਿਸ ਆ ਜੀ। ਤੁਸੀਂ ਆਪਦੇ ਅਕੈਡਮਿਕ ਡਾਕੂਮੈਂਟਸ ਦੇ ਨਾਲ ਉੱਥੇ ਮੈਨੂੰ ਮਿਲ ਸਕਦੇ ਹੋ, ਪਹੁੰਚ ਸਕਦੇ ਹੋ, ਆਪਦੀਆਂ ਕੋਈ ਵੀ ਕੁਐਰੀਜ਼ ਆ ਜੋ ਤੁਸੀਂ ਕਲੀਅਰ ਕਰਨੀਆਂ ਚਾਹੁੰਦੇ ਹੋ। ਦੂਸਰੀ ਜੋ ਮੈਂ ਗੱਲ ਤੁਹਾਡੇ ਨਾਲ ਕਰਨ ਜਾ ਰਿਹਾ ਕਿ ਰੈਗੂਲਰ ਮੈਨੂੰ ਫੋਨ ਕਾਲਸ ਮੈਸੇजेस ਆ ਰਿਹਾ ਕਿ SPP ਬੰਦ ਹੋ ਰਿਹਾ। ਅੱਜ ਤੋਂ 10 ਦਿਨ ਪਹਿਲਾਂ ਦੀ ਤੁਸੀਂ ਮੇਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਕੁਝ ਚੇਂਜਸ ਆਉਣਗੀਆਂ, ਸਖਤੀ ਵਾਲੀਆਂ ਕੁਝ ਚੇਂਜਸ ਆਉਣਗੀਆਂ, ਜਿਹਦੇ ਵਿੱਚ ਮੈਂ ਕਿਹਾ ਕਿ ਪੜ੍ਹਨਾ ਸ਼ੁਰੂ ਕਰ ਦਿਓ। ਹੁਣ ਉਹ ਜਿਹੜੀਆਂ ਐਡ ਸੀਗੀਆਂ 5.5 ਤੇ ਲਵਾ ਲਓ, 5 ਸਾਲ ਦਾ ਗੈਪ ਐਂਡ ਆਲ ਸਭ ਕੁਝ ਬੰਦ ਹੋ ਜਾਊਗਾ ਹੁਣ ਇੱਕ ਵਾਰੀ। ਤੇ ਸਿਰਫ ਆਪਾਂ ਜੋ ਨਵੇਂ ਰੂਲਸ ਐਂਡ ਰੈਗੂਲੇਸ਼ਨਸ ਆ ਉਹਨਾਂ ਨਾਲ ਫੋਕਸਡ ਹੋ ਕੇ ਆਪਾਂ ਹੁਣ ਬਸ ਮਿਹਨਤ ਕਰਨੀ ਸ਼ੁਰੂ ਕਰ ਦਈਏ। ਉਹ ਕੀ ਆਉਣਗੇ ਉਹਦੇ ਬਾਰੇ ਤਾਂ ਇਹ ਗਵਰਨਮੈਂਟ ਦੀ ਇੱਕ ਕੌਨਫੀਡੈਂਸ਼ੀਅਲ ਗੱਲਾਂ ਹੁੰਦੀਆਂ ਨੇ, ਸਾਨੂੰ ਤਾਂ ਨਹੀਂ ਪਤਾ ਲੱਗਦਾ, ਲੋਕ ਆਪਦੀਆਂ ਕਿਆਸ ਰਾਈਆਂ ਲਾਉਂਦੇ ਨੇ। ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਕੁਝ ਸਟ੍ਰਿਕਟ ਹੀ ਆਊਗਾ, ਵਧੀਆ ਸਟੂਡੈਂਟਸ ਨੂੰ, ਕਰੀਮ ਸਟੂਡੈਂਟਸ ਨੂੰ ਆਪਦੀ ਕੰਟਰੀ ਦੇ ਵਿੱਚ ਸੱਦਣ ਦੇ ਲਈ, ਤਾਂ ਕਰਕੇ ਵੀ ਉਹ ਜੋ ਪ੍ਰੋਫਾਈਲ ਚੰਗੇ ਪ੍ਰੋਫਾਈਲ ਉੱਥੇ ਪਹੁੰਚਣ। ਸੋ ਜਿਹੜੇ ਵਿਦਿਆਰਥੀ ਆਇਲਸ ਨੂੰ ਲਾਈਟਲੀ ਲੈਂਦੇ ਸੀ, ਆਪਦੀ +2 ਨੂੰ, ਆਪਦੀ ਅਕੈਡਮਿਕ ਐਜੂਕੇਸ਼ਨ ਨੂੰ ਲਾਈਟਲੀ ਲੈਂਦੇ ਸੀ ਤੇ ਸੋਚਦੇ ਸੀ ਵੀ ਇੰਨੀਆਂ ਤਾਂ ਐਡਸ ਆਉਂਦੀਆਂ ਨੇ, 35% ਵਾਲਾ ਅਪਲਾਈ ਕਰ ਦਿਓ, 33% ਵਾਲਾ ਅਪਲਾਈ ਕਰ ਦਿਓ, ਤੇ ਇਹ ਜਿਹੀਆਂ ਐਡਸ ਆਉਂਦੀਆਂ ਸੀ 5.5 ਤੇ ਅਪਲਾਈ ਕਰ ਦਿਓ, ਹੁਣ ਆਉਣੀਆਂ ਬੰਦ ਹੋ ਜਾਣਗੀਆਂ। ਤੇ ਉਹ ਸਿਰਫ ਤੇ ਸਿਰਫ ਮੈਂ ਇਹ ਕਹੂੰਗਾ ਕਿ ਤੁਸੀਂ ਆਪਦੀ ਪੜ੍ਹਾਈ ਵੱਲ ਫੋਕਸਡ ਹੋ ਜਾਓ, ਪੜ੍ਹਨ ਵੱਲ ਫੋਕਸਡ ਹੋ ਜਾਓ, ਚੰਗੇ ਬੈਂਡ ਸਕੋਰ ਲਓ, ਵਧੀਆ ਅਕੈਡਮਿਕ ਸਕੋਰ ਦੇ ਨਾਲ ਅਕੈਡਮਿਕ ਆਪਦੇ ਜਿਹੜੀ ਤੁਹਾਡੀ ਐਜੂਕੇਸ਼ਨ ਆ ਉਹਨੂੰ ਚੰਗੇ ਨੰਬਰਾਂ ਨਾਲ ਪਾਸ ਹੋ ਕੇ ਆਪਦੇ ਕੇਸ ਅਪਲਾਈ ਕਰਿਓ। ਦੂਸਰੀ ਜਿਹੜੀ ਮੇਨ ਆਪਾਂ ਗੱਲ ਕਰਨੀ ਆ, 2 ਦਿਨ ਤੋਂ ਮੈਂ ਲਗਾਤਾਰ ਹੋ ਗਏ 2 ਖਬਰਾਂ ਪੜ੍ਹੀਆਂ ਨੇ, ਬੜੀਆਂ ਹੀ ਮੰਦਭਾਗੀਆਂ ਖਬਰਾਂ, ਦੁੱਖ ਦੇਣ ਵਾਲੀਆਂ ਖਬਰਾਂ ਸੀ। ਇੱਕ ਤਾਂ ਕਿ ਚੰਡੀਗੜ੍ਹ ਦੇ ਨੇੜੇ ਕਿਸੇ ਪਿੰਡ ਦੀ ਕੋਈ ਕੁੜੀ ਸੀ, ਉਸ ਵਿਚਾਰੀ ਦਾ ਕੇਸ ਰਿਫਿਊਜ਼ ਹੋ ਗਿਆ ਤੇ ਉਹਨੇ ਆਤਮਦਾਹ ਕਰ ਲਿਆ, ਆਪਦੇ ਆਪ ਨੂੰ ਅੱਗ ਲਾ ਲਈ ਤੇ ਉਹ ਆਪਦੀ ਜਾਨ ਗਵਾ ਬੈਠੀ। ਨੰਬਰ ਦੂਸਰੀ ਜਿਹੜੀ ਖਬਰ ਸੀਗੀ, ਕਿਸੇ ਮੁੰਡੇ ਨੇ ਵਿਆਹ ਕਰਵਾਇਆ ਇੰਡੀਆ ਤੇ ਉਹਦੀ ਵਾਈਫ ਨਿਊਜ਼ੀਲੈਂਡ ਚਲੀ ਗਈ, ਉਹਨੇ ਪੈਸੇ ਖਰਚੇ, ਉੱਥੇ ਜਾ ਕੇ ਉਹ ਕਹਿੰਦੇ ਉਹਨੂੰ ਬੁਲਾਇਆ ਨਹੀਂ, ਧੋਖਾ ਦੇ ਦਿੱਤਾ ਤੇ ਉਹਨੇ ਵੀ ਆਤਮ ਹੱਤਿਆ ਕਰ ਲਈ। ਇਸ ਵਿਸ਼ੇ ਦੇ ਉੱਤੇ ਮੈਂ ਬੋਲਣਾ ਚਾਹੁੰਦਾ ਕਿ ਗੁਰੂ ਨਾਨਕ ਦੇਵ ਜੀ ਦੀ ਇੱਕ ਤੁਕ ਆ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ। ਵੀਰੋ ਭੈਣੋ ਬੱਚਿਓ, ਮੇਰੀ ਇੱਕ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ, ਮਿਹਨਤ ਨੂੰ, ਹਾਰਡ ਵਰਕ ਨੂੰ ਕਿਸੇ ਪਰਟੀਕੂਲਰ ਬਾਉਂਡਰੀਜ਼ ਮੁਲਕਾਂ ਦੀ ਲੋੜ ਨਹੀਂ ਪੈਂਦੀ, ਉਹ ਜੰਗਲ ਦੇ ਵਿੱਚ ਜਾ ਕੇ ਵੀ ਸਕਸੈਸ ਹੋ ਸਕਦੀ ਆ। ਮਿਹਨਤ ਤੇ ਹਾਰਡ ਵਰਕ ਸਾਡਾ ਫਰਜ਼ ਆ, ਸਾਡਾ ਕੰਮ ਆ, ਮਿਹਨਤ ਕਰਦੇ ਰਹਿਣਾ, ਰੰਗ ਭਾਗ ਵਾਹਿਗੁਰੂ ਨੇ ਲਾਉਣੇ ਆ। ਹੁਣ ਉਸ ਬੱਚੀ ਨੇ ਜਿਹਨੇ ਜਾਨ ਗਵਾ ਲਈ ਆਪਦੀ ਸਿਰਫ ਇੱਕ ਵੀਜ਼ਾ ਰਿਫਿਊਜ਼ ਹੋਣ ਦੇ ਉੱਤੇ, ਉਹਦੀ ਜ਼ਿੰਦਗੀ ਕੇਵਲ ਉਹਦੀ ਜ਼ਿੰਦਗੀ ਨਹੀਂ ਸੀ, ਉਹਦੇ ਮਾਂ-ਪਿਓ ਦੀ ਜ਼ਿੰਦਗੀ ਸੀ, ਉਹਦੇ ਭੈਣ ਭਾਈਆਂ ਦੀ ਜ਼ਿੰਦਗੀ ਸੀ, ਉਹਦੇ ਗ੍ਰੈਂਡ ਪੇਰੈਂਟਸ ਦੀ ਜ਼ਿੰਦਗੀ ਸੀ, ਉਹਦੇ ਰਿਸ਼ਤੇਦਾਰਾਂ ਦੀ ਜ਼ਿੰਦਗੀ ਸੀ। ਆਪ ਤਾਂ ਉਹ ਤੁਰ ਗਈ, ਪਰ ਮਗਰ ਵਾਲਿਆਂ ਨੂੰ, ਮਾਂ ਨੂੰ, ਉਹਦੇ ਪਿਓ ਨੂੰ ਜਿਉਂਦਿਆਂ ਨੂੰ ਮਰ ਜਾਣਾ ਪੈਂਦਾ। ਮੈਂ ਇਹਨਾਂ ਗੱਲਾਂ ਬਾਰੇ ਤੁਹਾਡੇ ਨਾਲ ਸਿਰਫ ਇਸੇ ਕਰਕੇ ਲਾਈਵ ਹੋਇਆ, ਇਹ ਗੱਲਾਂ ਤੁਹਾਡੇ ਨਾਲ ਇਸ ਕਰਕੇ ਕਰ ਰਿਹਾ ਕਿ ਪਲੀਜ਼ ਕਿਸੇ ਵੀ ਚੀਜ਼ ਨੂੰ ਇਸ ਤਰੀਕੇ ਨਾਲ ਨਾ ਲਓ ਕਿ ਜੇ ਵੀਜ਼ਾ ਰਿਫਿਊਜ਼ ਹੋ ਗਿਆ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਖਤਮ ਹੋ ਗਈ। ਵੀਜ਼ਾ ਰਿਫਿਊਜ਼ਲ ਹੋ ਜਾਣ ਦਾ ਭਾਵ ਆ ਕਿ ਇੱਕ ਜੋ ਤੁਸੀਂ ਪ੍ਰੋਸੈਸ ਸ਼ੁਰੂ ਕੀਤਾ ਸੀ ਉਹਦੇ ਵਿੱਚ ਉਹ ਤੁਹਾਨੂੰ ਸਿਰੇ ਨਹੀਂ ਲੱਗਿਆ, ਉਹਦਾ ਮਤਲਬ ਇਹ ਨਹੀਂ ਹੋ ਗਿਆ ਕਿ ਉਸ ਤੋਂ ਬਾਅਦ ਸਾਰੇ ਦਰਵਾਜ਼ੇ ਬੰਦ ਹੋ ਗਏ।
ਜ਼ਿੰਦਗੀ ਦੇ ਵਿੱਚ ਇੰਨੀਆਂ ਸੌਖੀ ਨਹੀਂ ਆ ਜ਼ਿੰਦਗੀ ਦੇ ਵਿੱਚ ਬਹੁਤ ਹਾਰਾਂ ਦਾ ਸਾਹਮਣਾ ਕਰਨਾ ਪੈਂਦਾ ਇਨਸਾਨ ਨੂੰ, ਫੇਰ ਹੀ ਜਿੱਤਾਂ ਪ੍ਰਾਪਤ ਹੁੰਦੀਆਂ ਨੇ। ਤੇ ਜਿੱਤ ਦਾ ਮਤਲਬ, ਅਸਲੀ ਮਤਲਬ ਹਾਰ ਦੇ ਨਾਲ ਹੀ ਆ। ਜੇ ਹਾਰ ਨਹੀਂ ਹੋਊਗੀ ਜਿੱਤ ਕੁਝ ਵੀ ਨਹੀਂ। ਮੈਂ ਸਿਰਫ ਇਹੀ ਕਹਿਣਾ ਚਾਹੂੰਗਾ ਤੁਹਾਨੂੰ ਕਿ ਮਿਹਨਤ ਕਰਦੇ ਰਹੋ। ਅੱਗੇ ਵਾਹਿਗੁਰੂ ਨੂੰ ਪਤਾ ਤੁਸੀਂ ਕਿੱਥੇ ਰਹਿ ਕੇ ਤੁਹਾਡੀ ਕਾਮਯਾਬੀ ਕਿੱਥੇ ਤੁਹਾਨੂੰ ਜ਼ਿਆਦਾ ਮਿਲਣੀ ਆ। ਉਹ ਕੈਨੇਡਾ ਮਿਲਣੀ ਆ, ਆਸਟ੍ਰੇਲੀਆ ਮਿਲਣੀ ਆ, ਜਾਂ ਤੁਹਾਨੂੰ ਆਪਦੇ ਮੁਲਕ ਦੇ ਵਿੱਚ ਮਿਲਣੀ ਆ। ਉਸ ਚੀਜ਼ ਦਾ ਫੈਸਲਾ ਵਾਹਿਗੁਰੂ ਨੇ ਕਰਨਾ। ਸਾਡਾ ਫਰਜ਼ ਆ ਸਿਰਫ ਤੇ ਸਿਰਫ ਮਿਹਨਤ ਕਰਦੇ ਰਹਿਣਾ। ਆਪਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਕਰੋ। ਮਰ ਜਾਣਾ ਕਿਸੇ ਵੀ ਚੀਜ਼ ਦਾ ਕੋਈ ਹੱਲ ਨਹੀਂ ਹੈ। ਸਟਰੋਂਗ ਹੋ ਕੇ ਲਾਈਫ ਜਿਉਣੀ ਜਾਂਦੀ ਆ। ਦੂਸਰੀ ਚੀਜ਼, ਜੋ ਉਸ ਵੀਰ ਨੇ ਕੀਤਾ, ਉਹਨੂੰ ਧੋਖਾ ਮਿਲਿਆ। ਹੁਣ ਇਹਦੇ ਪਿੱਛੇ ਕਿਹੜੀਆਂ ਗੱਲਾਂ ਜ਼ਿੰਮੇਵਾਰ ਨੇ? ਮੇਰੇ ਕੋਲੇ ਵੀ ਇਹੋ ਜਿਹੀਆਂ ਕੁਐਰੀਜ਼ ਆਉਂਦੀਆਂ ਨੇ। 10-10 ਦਿਨ ਫੋਨ ਕਾਲਸ ਕਰਕੇ ਅਪਾਇੰਟਮੈਂਟਸ ਬੁੱਕ ਕੀਤੀਆਂ ਜਾਂਦੀਆਂ ਨੇ। ਜਦੋਂ ਮੈਂ ਅਪਾਇੰਟਮੈਂਟ ਦਾ ਰੀਜ਼ਨ ਪੁੱਛਦਾ, ਜਦੋਂ ਮੈਂ ਪੁੱਛਦਾ ਕਿ ਤੁਹਾਡੀ ਕੁਐਰੀ ਕੀ ਆ, ਤਾਂ ਮੈਨੂੰ ਸਵਾਲ ਕੀਤਾ ਜਾਂਦਾ ਕਿ ਸਾਡੇ ਮੁੰਡੇ ਵਾਸਤੇ ਕਿਹੋ ਜੀ ਕੁੜੀ ਲੱਭੀਏ ਕਿ ਉਹ ਮੇਰੇ ਮੁੰਡੇ ਨੂੰ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਲੈ ਜਾਵੇ। ਮੈਂ ਤੁਹਾਡੇ ਤੋਂ ਸਿਰਫ ਇੱਕ ਗੱਲ ਇਹ ਪੁੱਛਣੀ ਚਾਹੁੰਦਾ ਵੀਰੋ, ਤੁਹਾਡੇ ਨਾਲ ਸਿਰਫ ਇੱਕ ਗੱਲ ਇਹ ਸ਼ੇਅਰ ਕਰਨੀ ਚਾਹੁੰਦਾ ਕਿ ਵਿਆਹ ਕਿਸੇ ਸ਼ਰਤ ਨੂੰ ਆਧਾਰ ਬਣਾ ਕੇ ਨਹੀਂ ਕੀਤਾ ਜਾਣਾ ਚਾਹੀਦਾ। ਵਿਆਹ ਦਾ ਸੰਬੰਧ ਤੁਹਾਡੀ ਆਉਣ ਵਾਲੀ ਸਾਰੀ ਜ਼ਿੰਦਗੀ ਨਾਲ ਆ, ਇੱਕ ਪਰਟੀਕੂਲਰ ਡੈਸਟੀਨੇਸ਼ਨ ਨਾਲ ਨਹੀਂ ਆ। ਤੁਸੀਂ ਦੋ ਜਾਣਿਆਂ ਨੇ, ਦੋ ਰੂਹਾਂ ਦਾ ਮੇਲ ਆ। ਉਹਨੇ ਹਰ ਜ਼ਿੰਦਗੀ ਦੀ ਕਸੌਟੀ, ਆਉਣ ਵਾਲੀ ਜ਼ਿੰਦਗੀ ਦੀਆਂ ਕਸੌਟੀਆਂ ਨੂੰ ਰਲ ਮਿਲ ਕੇ ਤੈਅ ਕਰਨਾ, ਸਫ਼ਰ ਨੂੰ ਤੈਅ ਕਰਨਾ, ਮੰਜ਼ਿਲ ਨੂੰ ਤੈਅ ਕਰਨਾ। ਉਹਦਾ ਸਿਰਫ ਤੇ ਸਿਰਫ ਪਰਟੀਕੂਲਰ ਇੱਕ ਡੈਸਟੀਨੇਸ਼ਨ ਨੂੰ ਧਿਆਨ ਦੇ ਵਿੱਚ ਰੱਖ ਕੇ ਜਦੋਂ ਇਹੋ ਜਿਹੇ ਰਿਸ਼ਤੇ ਜੋੜੇ ਜਾਂਦੇ ਨੇ ਤਾਂ ਫਿਰ ਉੱਥੇ ਧੋਖੇ ਮਿਲਦੇ ਨੇ, ਉੱਥੇ ਫਿਰ ਪ੍ਰੋਬਲਮਸ ਹੁੰਦੀਆਂ ਨੇ, ਉੱਥੇ ਫਿਰ ਵਿਆਹ ਟੁੱਟਦੇ ਨੇ। ਇੱਕੋ ਇੱਕ ਰਿਸ਼ਤਾ ਵਿਆਹ ਜਿਹੜਾ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ, ਪਰਮਾਤਮਾ ਦੀ ਕਚਹਿਰੀ ਦੇ ਵਿੱਚ, ਜਿਸ ਵੀ ਤੁਸੀਂ ਧਰਮ ਨੂੰ ਬਿਲੋਂਗ ਕਰਦੇ ਹੋ, ਉਸ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਤੁਹਾਡੇ ਰਹਿਬਰ ਅੱਗੇ, ਤੁਹਾਡੇ ਗੁਰੂ ਅੱਗੇ ਇੱਕੋ ਇੱਕ ਰਿਸ਼ਤਾ ਜਿਹੜਾ ਰਜਿਸਟਰਡ ਹੁੰਦਾ, ਰਜਿਸਟ੍ਰੇਸ਼ਨ ਕੀਤੀ ਜਾਂਦੀ ਆ। ਜੇ ਅਸੀਂ ਉਹਨੂੰ ਸਿਰਫ ਤੇ ਸਿਰਫ ਇੱਕ ਇਸ ਚੀਜ਼ ਲਈ ਰੱਖ ਲਾਂਗੇ ਵੀ ਇੱਕ ਪਰਟੀਕੂਲਰ ਡੈਸਟੀਨੇਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਕੁੜੀ ਲੱਭਾਂਗੇ ਜਾਂ ਮੁੰਡਾ ਲੱਭਾਂਗੇ, ਤਾਂ ਉਹ ਮੇਰੇ ਹਿਸਾਬ ਨਾਲ ਰਿਸ਼ਤੇ ਦੀ ਨੀਂਹ, ਰਿਸ਼ਤੇ ਦਾ ਜਿਹੜਾ ਉਹ ਸਟਰੋਂਗਨੈਸ ਆ, ਉਹ ਰਿਸ਼ਤੇ ਦੀ ਜਿਹੜੀ ਪਰਟੀਕੂਲਰ ਅਹਿਮੀਅਤ ਆ, ਉਹ ਖਤਮ ਹੋ ਜੂਗੀ। ਤਾਂ ਉਦੋਂ ਫਿਰ ਇਹ ਧੋਖੇ, ਇਹੋ ਜਿਹੀਆਂ ਸਾਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ। ਮੈਂ ਸਿਰਫ ਇਹੀ ਕਹਿਣਾ ਚਾਹੂੰਗਾ ਤੁਹਾਨੂੰ ਕਿ ਵੀਰੋ ਪਲੀਜ਼, ਮਰਨਾ ਕਿਸੇ ਚੀਜ਼ ਦਾ ਹੱਲ ਨਹੀਂ ਆ, ਮਰ ਜਾਣਾ ਕਿਸੇ ਚੀਜ਼ ਦਾ ਹੱਲ ਨਹੀਂ ਆ। ਜ਼ਿੰਦਗੀ ਬਹੁਤ ਔਖੀ ਮਿਲਦੀ ਆ। ਤੁਹਾਡੇ ਮਾਂ-ਪਿਓ ਨੇ ਤੁਹਾਨੂੰ ਬੜੇ ਔਖੇ ਹੋ ਕੇ ਪਾਲਿਆ, ਐਡੇ ਵੱਡੇ ਕੀਤਾ। ਇਸ ਦਿਨ ਦੇਖਣ ਲਈ ਨਹੀਂ ਪਾਲਿਆ ਸੀ ਕਿ ਤੁਸੀਂ ਬਿਨਾਂ ਦੱਸੇ ਉਹਨਾਂ ਨੂੰ ਛੱਡ ਕੇ ਚਲੇ ਜਾਓ, ਇਸ ਜਗ੍ਹਾ ਤੇ ਛੱਡ ਕੇ ਚਲੇ ਜਾਓ ਜਿੱਥੋਂ ਤੁਸੀਂ ਕਦੇ ਵਾਪਸ ਨਹੀਂ ਆਉਣਾ। ਸਿਰਫ ਇਸ ਚੀਜ਼ ਲਈ ਵੀ ਤੁਹਾਡਾ ਕਿਸੇ ਕੰਟਰੀ ਦਾ ਵੀਜ਼ਾ ਰਿਫਿਊਜ਼ ਹੋ ਗਿਆ। ਬਾਹਰਲੀ ਪੂਰੀ ਨਾਲੋਂ ਆਪਦੇ ਘਰ ਦੀ ਅੱਧੀ ਬਹੁਤ ਚੰਗੀ ਹੁੰਦੀ ਹੈ, ਜੋ ਤੁਸੀਂ ਆਪਦੇ ਪੇਰੈਂਟਸ ਦੇ ਨਾਲ, ਆਪਦੇ ਮਾਂ-ਪਿਓ ਦੇ ਨਾਲ ਸੁਖੀ ਸਾਂਦੀ ਬੈਠ ਕੇ ਖਾ ਲੈਣੀ ਆ। ਬਾਕੀ ਖੁਆਇਸ਼ਾਂ ਤਾਂ ਬਾਦਸ਼ਾਹ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ, ਤੇ ਲੋੜਾਂ ਤਾਂ ਇੱਕ ਗਰੀਬ ਇਨਸਾਨ ਦੀਆਂ, ਇੱਕ ਮਿਹਨਤੀ ਮਜ਼ਦੂਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ। ਸੋ ਆਪਾਂ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਦੇਈਏ, ਮਿਹਨਤ ਕਰੀਏ, ਅੱਗੇ ਰੰਗ ਭਾਗ ਵਾਹਿਗੁਰੂ ਨੇ ਲਾਉਣੇ ਆ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਆਉਂਦੀ 26 ਤਰੀਕ ਨੂੰ, 26 ਦਸੰਬਰ ਦਿਨ ਮੰਗਲਵਾਰ, ਮੋਗਾ ਆਫਿਸ ਨੀਅਰ ਬੱਸ ਸਟੈਂਡ, ਆਪੋਜ਼ਿਟ ਸ਼ਹੀਦ ਭਗਤ ਸਿੰਘ ਮਾਰਕੀਟ। ਮਿਲਦੇ ਆ ਸਾਰਿਆਂ ਨੂੰ। ਧੰਨਵਾਦ।